ਅੱਜ ਆਓ ਅਸੀਂ ਇਕੱਠੇ ਉਪਦੇਸ਼ ਸਿਰਲੇਖ ਅਸੀਂ ਪਰਮੇਸ਼ਵਰ ਨੂੰ ਕੀ ਭੇਟ ਚੜਾ ਸਕਦੇ ਹਾਂ ਦੇ ਨਾਲ ਪਰਮੇਸ਼ਵਰ ਦੇ ਵਚਨ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਸਾਡੇ ਜੀਵਨ ਵਿੱਚ ਸਾਨੂੰ ਵੱਖ-ਵੱਖ ਪ੍ਰਕਾਰ ਦੀਆਂ ਘਟਨਾਵਾਂ ਉੱਤੇ ਧਿਆਨ ਦੇਣ ਅਤੇ ਉਸ ਨੂੰ ਯਾਦ ਰੱਖਣ ਦੀ ਲੋੜ ਹੁੰਦੀ ਹੈ, ਜਿਵੇਂ ਸਾਡਾ ਜਨਮ ਦਿਨ, ਸਾਡੇ ਪਰਿਵਾਰ ਦੇ ਮੈਂਬਰਾਂ ਦਾ ਜਨਮ ਦਿਨ, ਮਾਤਾ-ਪਿਤਾ ਦਾ 60ਵਾਂ ਜਨਮ ਦਿਨ, ਵੱਖ-ਵੱਖ ਪ੍ਰਕਾਰ ਦੇ ਦਿਹਾੜੇ, ਸਕੂਲ ਵਿੱਚ ਬੱਚਿਆਂ ਦਾ ਪਹਿਲਾ ਦਿਨ, ਪਤੀ ਦੀ ਤਰੱਕੀ ਅਤੇ ਬਹੁਤ ਕੁਝ। ਜਦੋਂ ਇੰਨੇ ਖੁਸ਼ੀ ਭਰੇ ਦਿਹਾੜੇ ਦੀਆਂ ਤਰੀਕਾਂ ਨੇੜੇ ਆਉਂਦੀਆਂ ਹਨ, ਫਿਰ ਕੀ ਤੁਸੀਂ ਇਹ ਨਹੀਂ ਸੋਚਦੇ ਆਉਣ ਵਾਲੇ ਪ੍ਰੋਗਰਾਮ ਨੂੰ ਮਨਾਉਣ ਲਈ ਮੈਨੂੰ ਕੀ ਤਿਆਰੀ ਕਰਨੀ ਚਾਹੀਦੀ ਹੈ? ਯਾਦ ਕਰਨ ਲਈ ਬਹੁਤ ਸਾਰੇ ਖਾਸ ਦਿਨ ਹਨ, ਜਿਵੇਂ ਕਿ ਆਪਣੇ ਮਾਤਾ-ਪਿਤਾ ਦਾ ਜਨਮ ਦਿਨ, ਵਿਸ਼ੇਸ਼ ਤੌਰ ਤੇ ਉਹਨਾਂ ਦਾ 60ਵਾਂ ਜਨਮ ਦਿਨ, ਆਪਣੇ ਬੱਚਿਆਂ ਦਾ ਸਕੂਲ ਵਿੱਚ ਪਹਿਲਾ ਦਿਨ ਜਾਂ ਗ੍ਰੈਜੂਏਸ਼ਨ, ਆਪਣੇ ਪਤੀ ਦੀ ਤਰੱਕੀ, ਆਪਣੇ ਇੱਕ ਨਵੇਂ ਘਰ ਵਿੱਚ ਜਾਣ ਦਾ ਦਿਨ ਅਤੇ ਬਹੁਤ ਕੁਝ। ਅਜਿਹੇ ਕਈ ਦਿਨ ਹੋਣਗੇ ਜੋ ਸਾਡੇ ਲਈ ਵਿਸ਼ੇਸ਼ ਮਤਲਬ ਰੱਖਦੇ ਹਨ ਅਤੇ ਉਹਨਾਂ ਨੂੰ ਹੋਰ ਸਧਾਰਨ ਦਿਨਾਂ ਤੋਂ ਵੱਖ ਬਣਾਉਂਦੇ ਹਨ। ਉਦਾਹਰਨ ਲਈ, ਜਦੋਂ ਤੁਹਾਡੀ ਪਤਨੀ ਦਾ ਜਨਮ ਦਿਨ ਆਉਂਦਾ ਹੈ, ਫਿਰ ਕੀ ਤੁਸੀਂ ਇਹ ਨਹੀਂ ਸੋਚਦੇ ਕਿ ਉਹਨਾਂ ਦੇ ਜਨਮ ਦਿਨ ਉੱਤੇ ਤੁਹਾਨੂੰ ਉਹਨਾਂ ਨੂੰ ਕੀ ਤੋਹਫਾ ਦੇਣਾ ਚਾਹੀਦਾ ਹੈ? ਮੈਨੂੰ ਆਪਣੇ ਬੱਚਿਆਂ ਨੂੰ ਖੁਸ਼ ਕਰਨ ਲਈ ਕੀ ਦੇਣਾ ਚਾਹੀਦਾ ਹੈ? ਮੈਨੂੰ ਆਪਣੇ ਪਤੀ ਨੂੰ ਖੁਸ਼ ਕਰਨ ਲਈ ਕੀ ਦੇਣਾ ਚਾਹੀਦਾ ਹੈ? ਮੈਨੂੰ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਕੀ ਦੇਣਾ ਚਾਹੀਦਾ ਹੈ? ਮੈਨੂੰ ਆਪਣੇ ਮਾਤਾ-ਪਿਤਾ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਕੀ ਦੇਣਾ ਚਾਹੀਦਾ ਹੈ? ਅਸੀਂ ਆਪਣਾ ਜੀਵਨ ਜਿਉਂਦੇ ਹੋਏ ਹਮੇਸ਼ਾ ਇਹਨਾਂ ਗੱਲਾਂ ਬਾਰੇ ਸੋਚਦੇ ਹਾਂ। ਫਿਰ ਸਾਨੂੰ ਸੋਚਣਾ ਚਾਹੀਦਾ ਹੈ, ਮੈਨੂੰ ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਕੀ ਦੇਣਾ ਚਾਹੀਦਾ ਹੈ? ਮੈਂ ਉਹਨਾਂ ਨੂੰ ਇਹ ਕਿਵੇਂ ਭੇਂਟ ਕਰਾਂ? ਹੁਣ ਸਾਡੇ ਸਵਰਗੀ ਘਰ ਵਾਪਸ ਜਾਣ ਦਾ ਦਿਨ ਨੇੜੇ ਆ ਰਿਹਾ ਹੈ। ਮੈਂ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਨੂੰ, ਜੋ ਮੇਰੇ ਆਤਮਿਕ ਮਾਤਾ-ਪਿਤਾ ਜੀ ਹਨ, ਕੀ ਦੇ ਸਕਦਾ ਹਾਂ ਤਾਂ ਜੋ ਜਦੋਂ ਮੈਂ ਸਦੀਪਕ ਆਤਮਿਕ ਘਰ ਜਾਵਾਂ ਫਿਰ ਉਹਨਾਂ ਨੂੰ ਖੁਸ਼ ਕਰ ਸਕਾਂ? ਜੇਕਰ ਮੈਂ ਹਜ਼ਾਰਾਂ ਤਰ੍ਹਾਂ ਦੇ ਕੀਮਤੀ ਰਤਨ, ਸੋਨਾ ਅਤੇ ਚਾਂਦੀ ਲਿਆਵਾਂ, ਫਿਰ ਕੀ ਉਹ ਖੁਸ਼ ਹੋਣਗੇ? ਕੀ ਤੁਹਾਨੂੰ ਲੱਗਦਾ ਹੈ ਕਿ ਉਹ ਇਹਨਾਂ ਚੀਜ਼ਾਂ ਤੋਂ ਖੁਸ਼ ਹੋਣਗੇ? ਪਰਮੇਸ਼ਵਰ ਪਹਿਲਾਂ ਤੋਂ ਹੀ ਪੂਰੇ ਬ੍ਰਹਮੰਡ ਦੇ ਰਾਜਾ ਹਨ। ਉਹਨਾਂ ਕੀਮਤੀ ਰਤਨਾਂ, ਸੋਨਾ ਜਾਂ ਚਾਂਦੀ ਤੋਂ ਪਰਮੇਸ਼ਵਰ ਕਦੇ ਵੀ ਖੁਸ਼ ਨਹੀਂ ਹੋਣਗੇ। ਇਸ ਲਈ ਅੱਜ ਆਓ ਅਸੀਂ ਇਸ ਬਾਰੇ ਵਿਚਾਰ ਕਰੀਏ ਕਿ ਅਸੀਂ ਪਰਮੇਸ਼ਵਰ ਨੂੰ ਕੀ ਭੇਂਟ ਚੜਾ ਸਕਦੇ ਹਾਂ ਤਾਂ ਜੋ ਅਸੀਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਖੁਸ਼ ਕਰ ਸਕੀਏ। ਇਸ ਤੋਂ ਇਲਾਵਾ ਆਓ ਅਸੀਂ ਇਸ ਵਿਸ਼ੇ ਉੱਤੇ ਵੀ ਵਿਚਾਰ ਕਰਨ ਲਈ ਕੁਝ ਸਮਾਂ ਲਈਏ ਕਿ ਸਾਡੇ ਆਲੇ-ਦੁਆਲੇ ਦੇ ਲੋਕ ਕਿਸ ਤੋਂ ਖੁਸ਼ ਹੁੰਦੇ ਹਨ ਅਤੇ ਪਰਮੇਸ਼ਵਰ ਕਿਸ ਨਾਲ ਖੁਸ਼ ਹੁੰਦੇ ਹਨ। ਆਓ ਅਸੀਂ ਅਫਸੀਆਂ ਅਧਿਆਇ 5 ਉੱਤੇ ਜਾਈਏ ਅਤੇ ਇਕੱਠੇ ਅਧਿਆਇ 5 ਆਇਤ 6 ਪੜ੍ਹੀਏ। ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ, ਕਿਉਂ ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਵਰ ਦਾ ਕੋਪ ਅਣਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ। ਸੋ ਤੁਸੀਂ ਉਹਨਾਂ ਦੀ ਸਾਂਝੀ ਨਾ ਹੋਵੋ, ਕਿਉਂ ਜੋ ਤੁਸੀਂ ਅੱਗੇ ਹਨੇਰਾ ਸਾਓ, ਪਰ ਹੁਣ ਪ੍ਰਭੂ ਵਿੱਚ ਹੋ ਕੇ ਚਾਨਣ ਹੋ। ਤੁਸੀਂ ਚਾਨਣ ਦੇ ਪੁੱਤਰਾਂ ਵਾਂਗੂ ਚੱਲੋ। ਚਾਨਣ ਦਾ ਫਲ ਹਰ ਭਾਂਤ ਦੀ ਭਲਾਈ ਅਤੇ ਧਰਮ ਅਤੇ ਸੱਚਾਈ ਵਿੱਚ ਹੈ, ਅਤੇ ਪਰਤਾ ਕੇ ਵੇਖੋ ਜੋ ਪਰਮੇਸ਼ਵਰ ਨੂੰ ਕੀ ਭਾਉਂਦਾ ਹੈ। ਸਾਡੇ ਕੀ ਸਮਰਪਿਤ ਕਰਨ ਨਾਲ ਪਰਮੇਸ਼ਵਰ ਸਭ ਤੋਂ ਜ਼ਿਆਦਾ ਖੁਸ਼ ਹੋਣਗੇ? ਇਹ ਲਿਖਿਆ ਹੈ, ਪਰਖੋ ਕਿ ਪ੍ਰਭੂ ਨੂੰ ਕੀ ਭਾਉਂਦਾ ਹੈ ਅਤੇ ਹਨੇਰੇ ਦੇ ਅਫਲ ਕਾਰਜਾਂ ਵਿੱਚ ਸਾਂਝੀ ਨਾ ਹੋਵੋ, ਪਰ ਉਹਨਾਂ ਨੂੰ ਨੰਗਿਆ ਕਰੋ। ਪਰਮੇਸ਼ਵਰ ਸਾਨੂੰ ਪ੍ਰਸ਼ਨ ਪੁੱਛਦੇ ਹਨ, ਉਹ ਕੀ ਹੈ ਜੋ ਮੈਨੂੰ ਖੁਸ਼ ਕਰਦਾ ਹੈ? ਉਸ ਤੋਂ ਬਾਅਦ ਉਹ ਸਾਨੂੰ ਫਲ ਦੀ ਵਿਆਖਿਆ ਦੇ ਰਾਹੀਂ ਉੱਤਰ ਦਿੰਦੇ ਹਨ। ਫਿਰ ਕਿਸ ਗੱਲ ਤੋਂ ਪਰਮੇਸ਼ਵਰ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹਨ? ਆਓ ਅਸੀਂ ਮੀਕਾ ਅਧਿਆਇ 6 ਉੱਤੇ ਜਾਈਏ ਅਤੇ ਇਕੱਠੇ ਅਧਿਆਇ 6 ਆਇਤ 6 ਪੜ੍ਹੀਏ। ਮੈਂ ਕੀ ਲੈ ਕੇ ਯਹੋਵਾ ਦੇ ਹਜ਼ੂਰ ਆਵਾਂ ਅਤੇ ਮਹਾਨ ਪਰਮੇਸ਼ਵਰ ਅੱਗੇ ਝੁਕਾਂ? ਕੀ ਮੈਂ ਹੋਮ ਬਲੀਆਂ ਲਈ ਇੱਕ ਸਾਲੇ ਵੱਛੇ ਲੈ ਕੇ ਉਹਦੇ ਹਜ਼ੂਰ ਆਵਾਂ? ਭਲਾ ਯਹੋਵਾ ਹਜ਼ਾਰਾਂ ਛਤਰਿਆਂ ਨਾਲ ਜਾਂ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਵੇਗਾ? ਕਿ ਮੈਂ ਆਪਣੇ ਪਲੋਠੇ ਨੂੰ ਆਪਣੇ ਅਪਰਾਧ ਦੇ ਬਦਲੇ ਦਿਆਂ, ਮੇਰੇ ਸਰੀਰ ਦੇ ਫਲ ਨੂੰ ਮੇਰੇ ਮਨ ਦੇ ਪਾਪ ਲਈ? ਹੇ ਆਦਮੀ, ਉਹਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ ਅਤੇ ਯਹੋਵਾ ਤੇਥੋਂ ਹੋਰ ਕੀ ਮੰਗਦਾ ਹੈ? ਪਰ ਇਹ ਕਿ ਤੂੰ ਇਨਸਾਫ ਕਰ, ਦਇਆ ਨਾਲ ਪ੍ਰੇਮ ਰੱਖ ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ਵਰ ਨਾਲ ਚੱਲ। ਮੀਕਾ ਅਧਿਆਇ 6 ਦੇ ਅਨੁਸਾਰ ਇਹ ਲਿਖਿਆ ਹੈ, ਪਰਮੇਸ਼ਵਰ ਉਦੋਂ ਖੁਸ਼ ਹੁੰਦੇ ਹਨ ਜਦੋਂ ਅਸੀਂ ਪਰਮੇਸ਼ਵਰ ਨਾਲ ਚੱਲਦੇ ਹਾਂ। ਇਸ ਲਈ
ਪਰਮੇਸ਼ਵਰ ਦਾ ਆਤਮਾ ਅਤੇ ਲਾੜੀ ਦੇ ਰੂਪ ਵਿੱਚ ਇਸ ਧਰਤੀ ਉੱਤੇ ਸਰੀਰ ਵਿੱਚ ਆਉਣ ਦਾ ਕਾਰਨ ਹੋਣਾ ਚਾਹੀਦਾ ਹੈ। ਜਦੋਂ ਅਸੀਂ ਮੀਕਾ ਅਧਿਆਇ 6 ਦੇਖਦੇ ਹਾਂ ਤਾਂ ਇਹ ਕਹਿੰਦਾ ਹੈ, ਅਧੀਨ ਹੋ ਕੇ ਪਰਮੇਸ਼ਵਰ ਨਾਲ ਚੱਲ। ਬਾਈਬਲ ਗਵਾਹੀ ਦਿੰਦੀ ਹੈ ਕਿ ਹਜ਼ਾਰਾਂ ਛਤਰਿਆਂ ਨਾਲ ਜਾਂ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਣ ਦੀ ਬਜਾਏ ਪਰਮੇਸ਼ਵਰ ਇਸ ਤੋਂ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹਨ ਜਦੋਂ ਅਸੀਂ ਪਰਮੇਸ਼ਵਰ ਨਾਲ ਚੱਲਦੇ ਹਾਂ। ਫਿਰ ਅਸੀਂ ਆਪਣੇ ਪਰਮੇਸ਼ਵਰ ਨਾਲ ਕਿਵੇਂ ਚੱਲ ਸਕਦੇ ਹਾਂ? ਅਸੀਂ ਪਰਮੇਸ਼ਵਰ ਦੇ ਕੰਮ ਵਿੱਚ ਹਿੱਸਾ ਲੈਣ ਦੁਆਰਾ ਆਪਣੇ ਪਰਮੇਸ਼ਵਰ ਨਾਲ ਚੱਲ ਸਕਦੇ ਹਾਂ। ਆਓ ਲੂਕਾ ਅਧਿਆਇ 19 ਵਚਨ 10 ਵਿੱਚ ਪਰਮੇਸ਼ਵਰ ਦੀ ਸਿੱਖਿਆ ਦੇਖੀਏ। ਕਿਉਂ ਜੋ ਮਨੁੱਖ ਦਾ ਪੁੱਤਰ ਯਿਸੂ ਦਾ ਸਰੀਰ ਵਿੱਚ ਇਸ ਧਰਤੀ ਉੱਤੇ ਆਉਣ ਦਾ ਕਾਰਨ ਕੀ ਸੀ? ਉਹਨਾਂ ਦੇ ਆਉਣ ਦਾ ਉਦੇਸ਼ ਕੀ ਸੀ? ਇਹ ਲਿਖਿਆ ਹੈ ਕਿ ਉਹ ਇਸ ਧਰਤੀ ਉੱਤੇ ਸਵਰਗ ਤੋਂ ਗਵਾਚੀਆਂ ਹੋਈਆਂ ਆਪਣੀਆਂ ਸੰਤਾਨਾਂ ਨੂੰ ਪਾਲਣ ਅਤੇ ਉਹਨਾਂ ਨੂੰ ਬਚਾਉਣ ਲਈ ਆਏ ਹਨ। ਫਿਰ ਯਿਸੂ ਨੇ ਕਿਉਂ ਕਿਹਾ ਕਿ ਅਸੀਂ ਗਵਾਚ ਗਏ ਹਾਂ? ਆਓ ਮੱਤੀ ਅਧਿਆਇ 9 ਆਇਤ 13 ਪੜ੍ਹਨ ਦੁਆਰਾ ਇਸ ਦਾ ਜਵਾਬ ਲੱਭੀਏ। ਪਰ ਤੁਸੀਂ ਜਾ ਕੇ ਇਹਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਇਆ ਨੂੰ ਚਾਹੁੰਦਾ ਹਾਂ, ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ ਸਗੋਂ ਕਿਹਨਾਂ ਨੂੰ ਬੁਲਾਉਣ ਆਇਆ ਹਾਂ? ਮੈਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ। ਯਿਸੂ ਨੇ ਸਾਨੂੰ ਇਸ ਗੱਲ ਪ੍ਰਤੀ ਜਾਗਰੂਕ ਕੀਤਾ। ਇੱਥੇ ਜ਼ਿਕਰ ਕੀਤਾ ਗਿਆ ਪਾਪੀ ਕੌਣ ਹੈ? ਕਿ ਪਾਪੀ ਉਹ ਸਾਰੀਆਂ ਆਤਮਾਵਾਂ ਨਹੀਂ ਜਿਨ੍ਹਾਂ ਨੇ ਸਵਰਗ ਦੇ ਰਾਜ ਵਿੱਚ ਪਾਪ ਕੀਤਾ ਅਤੇ ਇਸ ਧਰਤੀ ਉੱਤੇ ਸੁੱਟ ਦਿੱਤੀਆਂ ਗਈਆਂ। ਆਓ ਲੂਕਾ ਦੀ ਕਿਤਾਬ ਵਿੱਚ ਇਸ ਦੇ ਸੰਬੰਧ ਵਿੱਚ ਦਿੱਤੀ ਗਈ ਯਿਸੂ ਦੀ ਇੱਕ ਹੋਰ ਵਿਸਤ੍ਰਿਤ ਵਿਆਖਿਆ ਦੇਖੀਏ। ਆਓ ਅਸੀਂ ਲੂਕਾ ਅਧਿਆਇ 15 ਵਚਨ 7 ਉੱਤੇ ਜਾਈਏ। ਮੈਂ ਤੁਹਾਨੂੰ ਆਖਦਾ ਹਾਂ, ਜੋ ਇਸੇ ਤਰ੍ਹਾਂ ਕੀ ਕਰਨ ਵਾਲੇ ਪਾਪੀ ਸੁਰਗ ਵਿੱਚ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਕਾਰਨ 99 ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੌਬਾ ਕਰਨ ਦੀ ਲੋੜ ਨਹੀਂ, ਉੱਥੇ ਕੀ ਹੋਵੇਗਾ? ਬਹੁਤ ਖੁਸ਼ੀ ਹੋਵੇਗੀ। ਸੁਰਗ ਵਿੱਚ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਕਾਰਨ ਵੀ ਇੰਨੀ ਖੁਸ਼ੀ ਹੋਵੇਗੀ। ਪਰਮੇਸ਼ਵਰ ਨੇ ਸਾਨੂੰ ਇਹ ਲੱਭਣ ਦਾ ਹੁਕਮ ਦਿੱਤਾ ਕਿ ਉਹਨਾਂ ਨੂੰ ਕੀ ਪਾਉਂਦਾ ਹੈ ਅਤੇ ਉਹਨਾਂ ਨੇ ਇੱਥੇ ਲੂਕਾ ਦੀ ਕਿਤਾਬ ਵਿੱਚ ਸਾਨੂੰ ਉਸ ਦਾ ਜਵਾਬ ਦਿੱਤਾ। ਪਰਮੇਸ਼ਵਰ ਕਹਿੰਦੇ ਹਨ, ਜੋ ਇਸੇ ਤਰ੍ਹਾਂ ਸਵਰਗ ਵਿੱਚ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਕਾਰਨ 99 ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੌਬਾ ਕਰਨ ਦੀ ਲੋੜ ਨਹੀਂ, ਬਹੁਤ ਖੁਸ਼ੀ ਹੋਵੇਗੀ। ਜੇਕਰ ਸਾਡਾ ਤੌਬਾ ਕਰਨਾ ਹੀ ਪਰਮੇਸ਼ਵਰ ਨੂੰ ਪਾਉਂਦਾ ਹੈ ਅਤੇ ਉਹਨਾਂ ਨੂੰ ਖੁਸ਼ ਕਰਦਾ ਹੈ, ਫਿਰ ਕੀ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ? ਕਿਉਂਕਿ ਸਾਡੇ ਸਦੀਪਕ ਸਵਰਗੀ ਘਰ ਵਾਪਸ ਜਾਣ ਦਾ ਦਿਨ ਨੇੜੇ ਆ ਰਿਹਾ ਹੈ। ਇਸ ਲਈ ਸਾਨੂੰ ਤੌਬਾ ਕਰਨ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਹਰ ਕੰਮ ਦਾ ਇੱਕ ਸਮਾਂ ਹੈ। ਜੇਕਰ ਅਸੀਂ ਕੰਮ ਕਰਨ ਦਾ ਮੌਕਾ ਅਤੇ ਸਮਾਂ ਗਵਾ ਦਿੰਦੇ ਹਾਂ, ਫਿਰ ਉਹ ਮੌਕਾ ਵਿਅਰਥ ਹੋ ਜਾਵੇਗਾ, ਫਿਰ ਭਾਵੇਂ ਉਹ ਕਿੰਨਾ ਵੀ ਕੀਮਤੀ ਕਿਉਂ ਨਾ ਹੋਵੇ। 10 ਕੁਵਾਰੀਆਂ ਦੇ ਦ੍ਰਿਸ਼ਟਾਂਤ ਵਿੱਚ 5 ਮੂਰਖ ਕੁਵਾਰੀਆਂ ਨੇ ਲੋੜੀਂਦਾ ਤੇਲ ਤਿਆਰ ਨਹੀਂ ਕੀਤਾ। ਅੱਧੀ ਰਾਤ ਨੂੰ ਧੁੰਮ ਪਈ, ਉਹ ਲਾੜਾ ਆਇਆ, ਉਹਦੇ ਮਿਲਣ ਨੂੰ ਨਿਕਲੋ, ਤਦ ਉਹ ਤਿਆਰ ਨਹੀਂ ਸੀ। ਉਸ ਸਮੇਂ ਉਹ ਕਾਹਲੀ ਵਿੱਚ ਸੀ ਕਿਉਂਕਿ ਉਹਨਾਂ ਨੇ ਤਿਆਰੀ ਨਹੀਂ ਕੀਤੀ ਸੀ। ਇਸ ਲਈ ਉਹ 5 ਬੁੱਧੀਮਾਨ ਕੁਵਾਰੀਆਂ ਕੋਲ ਗਈਆਂ ਜਿਨ੍ਹਾਂ ਨੇ ਲੋੜੀਂਦਾ ਤੇਲ ਤਿਆਰ ਕੀਤਾ ਸੀ ਅਤੇ ਉਹਨਾਂ ਨੂੰ ਉਹਨਾਂ ਦੇ ਤੇਲ ਵਿੱਚੋਂ ਕੁਝ ਦੇਣ ਲਈ ਕਿਹਾ, ਕਿਉਂਕਿ ਮੂਰਖ ਕੁਵਾਰੀਆਂ ਦੀਆਂ ਮਸਾਲਾਂ ਬੁੱਝੀਆਂ ਜਾਂਦੀਆਂ ਸੀ। ਪਰ ਬੁੱਧੀਮਾਨ ਕੁਵਾਰੀਆਂ ਨੇ ਉੱਤਰ ਦਿੱਤਾ, ਜੇਕਰ ਅਸੀਂ ਆਪਣੇ ਤੇਲ ਵਿੱਚੋਂ ਕੁਝ ਦੇਵਾਂਗੇ ਤਾਂ ਇਹ ਸਾਡੇ ਸਾਰਿਆਂ ਲਈ ਪੂਰਾ ਨਹੀਂ ਹੋਵੇਗਾ। ਇਸ ਦੇ ਬਜਾਏ ਤੁਸੀਂ ਜਾ ਕੇ ਆਪਣੇ ਲਈ ਕੁਝ ਮੁੱਲ ਕਿਉਂ ਨਹੀਂ ਲੈਂਦੀਆਂ? ਪਰ ਜਦੋਂ ਉਹ ਤੇਲ ਖਰੀਦਣ ਲਈ ਗਈਆਂ, ਫਿਰ ਕੀ ਹੋਇਆ? ਵਿਆਹ ਦੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਹਰ ਕੰਮ ਦਾ ਇੱਕ ਸਮਾਂ ਹੈ। ਬਾਈਬਲ ਕਹਿੰਦੀ ਹੈ ਕਿ ਹਰੇਕ ਕੰਮ ਦਾ ਇੱਕ ਸਮਾਂ ਹੈ ਅਤੇ ਹਰ ਮਨੋਰਥ ਦਾ ਜੋ ਆਕਾਸ਼ ਦੇ ਹੇਠ ਹੈ ਇੱਕ ਵੇਲਾ ਹੈ। ਜਦੋਂ ਅਸੀਂ ਦਿੱਤੇ ਗਏ ਮੌਕੇ ਉੱਤੇ ਕੰਮ ਕਰਨ ਦਾ ਸਹੀ ਸਮਾਂ ਗਵਾ ਦਿੰਦੇ ਹਾਂ ਅਤੇ ਬਾਅਦ ਵਿੱਚ ਜਦੋਂ ਇਸ ਦੀ ਜ਼ਰੂਰਤ ਮਹਿਸੂਸ ਕਰਦੇ ਹਾਂ ਅਤੇ ਇਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਇਹ ਅਰਥਹੀਨ ਹੋ ਜਾਂਦਾ ਹੈ। ਅਸਲ ਵਿੱਚ ਧਰਤੀ ਬ੍ਰਹਿਮੰਡ ਵਿੱਚ ਧੂੜ ਦੇ ਇੱਕ ਕਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਲਈ ਇਸ ਧਰਤੀ ਉੱਤੇ ਅਜਿਹਾ ਕੁਝ ਵੀ ਨਹੀਂ ਹੈ ਜਿਸ ਨੂੰ ਅਸੀਂ ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਸਮਰਪਿਤ ਕਰ ਸਕਦੇ ਹਾਂ। ਫਿਰ ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਅਜਿਹਾ ਕੀ ਹੈ ਜੋ ਅਸਲ ਵਿੱਚ ਪਰਮੇਸ਼ਵਰ ਨੂੰ ਸਭ ਤੋਂ ਜ਼ਿਆਦਾ ਖੁਸ਼ ਕਰਦਾ ਹੈ। ਪਰਮੇਸ਼ਵਰ ਕਹਿੰਦੇ ਹਨ ਕਿ ਜਦੋਂ ਉਹਨਾਂ ਦੀ ਸੰਤਾਨ ਜੋ ਸਵਰਗ ਵਿੱਚ ਸਵੇਰ ਦੇ ਤਾਰੇ ਦੁਆਰਾ ਭਰਮਾਈ ਗਈ ਅਤੇ ਇਸ ਧਰਤੀ ਉੱਤੇ ਸੁੱਟ ਦਿੱਤੀ ਗਈ, ਸਵਰਗੀ ਘਰ ਸਵਰਗ ਦੇ ਰਾਜ ਵਿੱਚ ਮੁੜਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹੋਏ ਤੋਬਾ ਦਾ ਸੋਹਣਾ ਕੰਮ ਕਰਦੀ ਹੈ, ਫਿਰ ਪਰਮੇਸ਼ਵਰ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹਨ। ਪਰਮੇਸ਼ਵਰ ਕਹਿੰਦੇ ਹਨ ਕਿ ਉਹ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ 99 ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ,
ਬਹੁਤ ਖੁਸ਼ੀ ਹੋਵੇਗੀ ਕਿ ਇਹ ਇਸ ਦਾ ਜਵਾਬ ਨਹੀਂ ਕਿ ਸਾਨੂੰ ਪਰਮੇਸ਼ਵਰ ਨੂੰ ਕੀ ਭੇਂਟ ਕਰਨਾ ਚਾਹੀਦਾ ਹੈ। ਫਿਰ ਲੋਕਾਂ ਦੀ ਤੋਬਾ ਵੱਲ ਅਗਵਾਈ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਤੁਸੀਂ ਪਾਪੀ ਹੋ, ਤੁਹਾਨੂੰ ਤੋਬਾ ਕਰਨੀ ਚਾਹੀਦੀ ਹੈ। ਸਾਡੇ ਉਹਨਾਂ ਨੂੰ ਸਿਰਫ ਇੰਨਾ ਦੱਸਣ ਨਾਲ ਕਿ ਉਹ ਤੋਬਾ ਕਰਨਗੇ ਕਿ ਸਾਨੂੰ ਉਹਨਾਂ ਨੂੰ ਤੋਬਾ ਕਰਨ ਵਿੱਚ ਮਦਦ ਨਹੀਂ ਕਰਨੀ ਚਾਹੀਦੀ? ਕਿ ਸਾਨੂੰ ਪਰਮੇਸ਼ਵਰ ਦੇ ਪਿਆਰ ਅਤੇ ਸਵਰਗ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਆਤਮਿਕ ਦੁਨੀਆ ਦੇ ਮੂਲ ਨੂੰ ਮਹਿਸੂਸ ਕਰਨ ਵਿੱਚ ਮਦਦ ਨਹੀਂ ਕਰਨੀ ਚਾਹੀਦੀ ਹੈ ਜਿਸ ਤੋਂ ਉਹ ਅਣਜਾਣ ਹਨ, ਕਿਉਂਕਿ ਉਹ ਸਿਰਫ ਇਸ ਧਰਤੀ ਉੱਤੇ ਆਪਣੇ ਸਰੀਰਕ ਜੀਵਨ ਉੱਤੇ ਧਿਆਨ ਕੇਂਦਰਿਤ ਕਰਦੇ ਹਨ। ਫਿਰ ਇਸ ਨਿਯਮ ਨੂੰ ਪੂਰਾ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਆਓ ਅਸੀਂ ਰੋਮੀਆਂ ਅਧਿਆਇ 10 ਵਚਨ 12 ਪੜ੍ਹੀਏ। ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਭਿੰਨ ਭੇਦ ਨਹੀਂ ਹੈ, ਇਸ ਲਈ ਜੋ ਉਹੀ ਪ੍ਰਭੂ ਸਭਨਾਂ ਦਾ ਪ੍ਰਭੂ ਹੈ ਅਤੇ ਉਹਨਾਂ ਸਭਨਾਂ ਲਈ ਜਿਹੜੇ ਉਹਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ, ਕਿਉਂ ਜੋ ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ। ਪਰ ਜਿਹਦੇ ਉੱਤੇ ਨੇਚਾ ਨਹੀਂ ਕੀਤੀ ਉਹ ਉਸ ਦਾ ਨਾਮ ਕਿਕੁਰ ਲੈਣ, ਅਤੇ ਜਿਹਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨੇਚਾ ਕਿਕੁਰ ਕਰਨ ਅਤੇ ਪ੍ਰਚਾਰਕ ਬਾਝੋਂ ਕਿਕਰ ਸੁਣਨ। ਪਾਪੀ ਦੀ ਤੋਬਾ ਵੱਲ ਅਗਵਾਈ ਕਰਨ ਲਈ ਪਰਮੇਸ਼ਵਰ ਦੇ ਬਲੀਦਾਨ ਦਾ ਪ੍ਰਚਾਰ ਕਰਨ ਵਾਲਾ, ਬਾਈਬਲ ਦੇ ਵਚਨਾਂ ਨੂੰ ਸਿਖਾਉਣ ਵਾਲਾ ਅਤੇ ਸਵਰਗ ਦੇ ਰਾਜ ਦੀ ਸੱਚਾਈ ਨੂੰ ਦੱਸਣ ਵਾਲਾ ਕੋਈ ਹੋਣਾ ਚਾਹੀਦਾ ਹੈ। ਪ੍ਰਚਾਰਕ ਬਾਝੋਂ ਕਿਕਰ ਸੁਣਨ, ਜਿਹਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨੇਚਾ ਕਿਕੁਰ ਕਰਨ, ਪਰ ਜਿਹਦੇ ਉੱਤੇ ਨੇਚਾ ਨਹੀਂ ਕੀਤੀ ਉਹ ਉਸ ਦਾ ਨਾਮ ਕਿਕੁਰ ਲੈਣ। ਰੋਮੀਓ ਅਧਿਆਇ 10 ਵਚਨ 14 ਇਸ ਬਾਰੇ ਵਿਆਖਿਆ ਕਰਦਾ ਹੈ। ਆਓ ਅਸੀਂ ਆਇਤ 15 ਨਾਲ ਜਾਰੀ ਰੱਖੀਏ। ਅਤੇ ਜੇ ਇਕੱਲੇ ਨਾ ਜਾਣ ਤਾਂ ਕਿਕਰ ਪ੍ਰਚਾਰ ਕਰਨ, ਜਿਵੇਂ ਲਿਖਿਆ ਹੋਇਆ ਹੈ, ਭਾਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ ਉਹਨਾਂ ਦੇ ਚਰਨ ਕਿਹੇ ਸੁੰਦਰ ਹਨ। ਪਰ ਸਭਨਾਂ ਨੇ ਇਹ ਖੁਸ਼ਖਬਰੀ ਨੂੰ ਨਹੀਂ ਮੰਨਿਆ, ਕਿਉਂ ਜੋ ਯਸ਼ਾਇਆ ਕਹਿੰਦਾ ਹੈ, ਭਾਈ ਹੇ ਪ੍ਰਭੂ ਸਾਡੇ ਸੁਨੇਹੇ ਦੀ ਕਿਨ ਪ੍ਰਤੀਤ ਕੀਤੀ? ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ। ਪਰ ਮੈਂ ਆਖਦਾ ਹਾਂ ਭਲਾ ਉਹਨਾਂ ਨੇ ਨਾ ਸੁਣਿਆ। ਬੇਸ਼ੱਕ ਉਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ ਅਤੇ ਸੰਸਾਰ ਦੀਆਂ ਹੱਦਾਂ ਤੀਕਰ ਉਹਨਾਂ ਦੇ ਸ਼ਬਦ। ਸਾਰੇ ਲੋਕੋ, ਜਿਵੇਂ ਕਿ ਰੋਮੀਓ ਅਧਿਆਇ 10 ਵਿੱਚ ਲਿਖਿਆ ਹੈ, ਜਦੋਂ ਤੱਕ ਕੋਈ ਉਹਨਾਂ ਨੂੰ ਪ੍ਰਚਾਰ ਨਹੀਂ ਕਰਦਾ ਉਹ ਸੁਣ ਨਹੀਂ ਸਕਦੇ ਅਤੇ ਜਿਸ ਬਾਰੇ ਉਹਨਾਂ ਨੇ ਨਹੀਂ ਸੁਣਿਆ ਉਸ ਉੱਤੇ ਕੋਈ ਵਿਸ਼ਵਾਸ ਨਹੀਂ ਕਰ ਸਕਦਾ। ਜੇਕਰ ਉਹ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕਰਦੇ ਜੋ ਸਾਡੇ ਵਿਸ਼ਵਾਸ ਦਾ ਮੂਲ ਹੈ, ਫਿਰ ਉਹ ਉਹਨਾਂ ਨੂੰ ਲੱਭ ਨਹੀਂ ਸਕਦੇ, ਨਾ ਹੀ ਉਹ ਉਹਨਾਂ ਨੂੰ ਬੁਲਾ ਸਕਦੇ ਹਨ। ਇਸ ਲਈ ਸਾਨੂੰ ਇਸ ਗੱਲ ਦੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਕਿ ਅਸੀਂ ਸਾਰੇ ਆਤਮਿਕ ਪ੍ਰਾਣੀ ਹਾਂ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਤੇ ਇਸ ਧਰਤੀ ਉੱਤੇ ਸੁੱਟ ਦਿੱਤੇ ਗਏ, ਅਤੇ ਸਾਨੂੰ ਪਰਮੇਸ਼ਵਰ ਦੇ ਸਾਹਮਣੇ ਤੋਬਾ ਕਰਨੀ ਚਾਹੀਦੀ ਹੈ। ਅਸੀਂ ਪਰਮੇਸ਼ਵਰ ਨੂੰ ਕੀ ਭੇਂਟ ਚੜਾ ਸਕਦੇ ਹਾਂ? ਅਸੀਂ ਇਸ ਪ੍ਰਸ਼ਨ ਦਾ ਉੱਤਰ ਬਾਈਬਲ ਵਿੱਚ ਨਬੀ ਦੁਆਰਾ ਲਿਖੇ ਪੱਤਰ ਵਿੱਚ ਪਾ ਸਕਦੇ ਹਾਂ। ਪਰਮੇਸ਼ਵਰ ਕਹਿੰਦੇ ਹਨ ਅਤੇ ਪਰਤਾ ਕੇ ਵੇਖੋ ਜੋ ਪਰਮੇਸ਼ਵਰ ਨੂੰ ਕੀ ਪਾਉਂਦਾ ਹੈ। ਕੀ ਪਰਮੇਸ਼ਵਰ ਯਹੋਵਾ ਹਜ਼ਾਰਾਂ ਛਤਰਿਆਂ ਨਾਲ ਜਾਂ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਣਗੇ? ਉਹ ਕੀ ਹੈ ਜਿਸ ਨਾਲ ਪਰਮੇਸ਼ਵਰ ਖੁਸ਼ ਹੁੰਦੇ ਹਨ? ਪਰਮੇਸ਼ਵਰ ਕਹਿੰਦੇ ਹਨ ਕਿ ਜਦੋਂ ਅਸੀਂ ਉਹਨਾਂ ਨਾਲ ਨਿਮਰਤਾ ਨਾਲ ਚੱਲਦੇ ਹਾਂ ਉਹ ਖੁਸ਼ ਹੁੰਦੇ ਹਨ। ਜਦੋਂ ਅਸੀਂ ਇਸ ਧਰਤੀ ਉੱਤੇ ਰਹਿੰਦੇ ਸਮੇਂ ਉਹਨਾਂ ਦੇ ਜੀਵਨ ਦੀ ਜਾਂਚ ਕਰਦੇ ਹਾਂ ਤਾਂ ਉਹਨਾਂ ਦੇ ਮਿਸ਼ਨ ਦਾ ਕੇਂਦਰ ਕੀ ਸੀ? ਲੂਕਾ ਅਧਿਆਇ 19 ਵਚਨ 10 ਦੇ ਅਨੁਸਾਰ ਉਹਨਾਂ ਨੇ ਸਵਰਗ ਦੇ ਰਾਜ ਵਿੱਚ ਗਵਾਚੇ ਹੋਇਆਂ ਨੂੰ ਭਾਲਣ ਅਤੇ ਉਹਨਾਂ ਨੂੰ ਮੁਕਤੀ ਦੇਣ ਦੇ ਕੰਮ ਉੱਤੇ ਧਿਆਨ ਕੇਂਦਰਿਤ ਕੀਤਾ। ਇਸ ਲਈ ਯੀਸ਼ੂ ਨੇ ਯੋਹੰਨਾ ਅਧਿਆਇ 5 ਵਿੱਚ ਕਿਹਾ, ਮੇਰਾ ਪਿਤਾ ਹੁਣ ਤੀਕਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ। ਜਦੋਂ ਯਹੂਦੀਆਂ ਨੇ ਯੀਸ਼ੂ ਨੂੰ ਸਬਤ ਦੇ ਦਿਨ ਆਰਾਮ ਨਹੀਂ ਪਰ ਕੰਮ ਕਰਦੇ ਹੋਏ ਦੇਖਿਆ, ਇਸ ਲਈ ਉਹਨਾਂ ਨੇ ਉਸ ਦੀ ਆਲੋਚਨਾ ਕੀਤੀ ਅਤੇ ਉਸ ਨੂੰ ਝਿੜਕਿਆ। ਫਿਰ ਯੀਸ਼ੂ ਨੇ ਕਿਹਾ, ਮੇਰਾ ਪਿਤਾ ਸਬਤ ਦੇ ਦਿਨ ਵੀ ਆਰਾਮ ਕੀਤੇ ਬਿਨਾਂ ਮਨੁੱਖ ਜਾਤੀ ਦੀ ਆਤਮਿਕ ਰਚਨਾ ਕਰ ਰਹੇ ਹਨ। ਇਸ ਲਈ ਜਦ ਕਿ ਮੇਰੇ ਪਿਤਾ ਹੁਣ ਵੀ ਕੰਮ ਕਰ ਰਹੇ ਹਨ, ਫਿਰ ਮੈਂ ਆਰਾਮ ਕਿਵੇਂ ਕਰ ਸਕਦਾ ਹਾਂ? ਇਸ ਤਰ੍ਹਾਂ ਉਹ ਸਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਸਮਝਣ ਦਾ ਹੁਕਮ ਦਿੰਦੇ ਹਨ। ਬਾਈਬਲ ਅਨੁਸਾਰ ਇਹ ਲਿਖਿਆ ਹੈ, ਪਰਮੇਸ਼ਵਰ ਜਿਸ ਮਿਸ਼ਨ ਨੂੰ ਕਰ ਰਹੇ ਹਨ ਉਸ ਮਿਸ਼ਨ ਨੂੰ ਕਰਨ ਅਤੇ ਉਹਨਾਂ ਦੀ ਇੱਛਾ ਦਾ ਸਹੀ ਤਰ੍ਹਾਂ ਨਾਲ ਪਾਲਨ ਕਰਨ ਦੇ ਤੁਹਾਡੇ ਨਿਮਰ ਸੁਭਾਅ ਤੋਂ ਪਰਮੇਸ਼ਵਰ ਖੁਸ਼ ਹੁੰਦੇ ਹਨ। ਪਰਮੇਸ਼ਵਰ ਹਜ਼ਾਰਾਂ ਛਤਰਿਆਂ ਨਾਲ ਜਾਂ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਨਹੀਂ ਹੁੰਦੇ। ਆਓ ਅਸੀਂ ਇੱਕ ਵਾਰ ਫਿਰ ਮਿਕਾ ਅਧਿਆਇ 6 ਵਿੱਚ ਲਿਖੇ ਇਹਨਾਂ ਵਚਨਾਂ ਉੱਤੇ ਚਿੰਤਾ ਕਰੀਏ ਕਿ ਪਰਮੇਸ਼ਵਰ ਹੁਣ ਕੀ ਕਰ ਰਹੇ ਹਨ ਅਤੇ ਉਹਨਾਂ ਨਾਲ ਮਿਲ ਕੇ ਇਸ ਨੂੰ ਪੂਰਾ ਕਰੀਏ। ਆਓ ਮਰਕੁਸ ਅਧਿਆਇ 1 ਵਚਨ 35 ਪੜ੍ਹੀਏ।
ਉਹ ਵੱਡੇ ਤੜਕੇ ਕੁਝ ਰਾਤ ਰਹਿੰਦਿਆਂ ਉੱਠ ਕੇ ਬਾਹਰ ਨਿਕਲਿਆ ਅਰ ਇੱਕ ਉਜਾੜ ਥਾਂ ਵਿੱਚ ਜਾ ਕੇ ਉੱਥੇ ਪ੍ਰਾਰਥਨਾ ਕੀਤੀ ਅਤੇ ਸ਼ਮੌਨ ਅਰ ਉਹਦੇ ਸਾਥੀ ਉਸ ਦੇ ਪਿੱਛੇ ਗਏ ਅਰ ਜਾਂ ਉਹਨਾਂ ਉਸ ਨੂੰ ਲੱਭ ਲਿਆ ਤਾਂ ਉਹਨੂੰ ਕਿਹਾ, ਤੈਨੂੰ ਸਭੇ ਭਾਲਦੇ ਹਨ। ਉਸਨੇ ਉਹਨਾਂ ਨੂੰ ਕਿਹਾ, ਆਓ ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚਲੀਏ ਜੋ ਮੈਂ ਯੀਸ਼ੂ ਉੱਥੇ ਕੀ ਕਰਨਗੇ ਉੱਥੇ ਵੀ ਪ੍ਰਚਾਰ ਕਰਾਂ, ਕਿਉਂਕਿ ਮੈਂ ਇਸੇ ਲਈ ਨਿਕਲਿਆ ਹਾਂ। ਯੀਸ਼ੂ ਦੇ ਇਸ ਧਰਤੀ ਉੱਤੇ ਆਉਣ ਦਾ ਕਾਰਨ ਜੋ ਗਵਾਚ ਗਏ ਹਨ ਉਹਨਾਂ ਨੂੰ ਲੱਭਣਾ ਅਤੇ ਮੁਕਤੀ ਦੇਣਾ ਸੀ। ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਨਾਂ ਦੇ ਮਿਸ਼ਨ ਨੂੰ ਪ੍ਰਚਾਰ ਦੇ ਰਾਹੀਂ ਪੂਰਾ ਕਰ ਸਕਦੇ ਹਾਂ। ਇਸ ਲਈ ਕਿਰਪਾ ਕਰਕੇ ਬਿਨਾਂ ਸ਼ੱਕ ਦੇ ਇਸ ਉੱਤੇ ਵਿਸ਼ਵਾਸ ਕਰੋ ਕਿ ਜਦੋਂ ਤੁਸੀਂ ਇੱਕ ਆਤਮਾ ਦੀ ਤੋਬਾ ਵੱਲ ਅਗਵਾਈ ਕਰਦੇ ਹੋ ਤਾਂ ਜੋ ਉਹ ਪਰਮੇਸ਼ਵਰ ਕੋਲ ਮੁੜ ਸਕਣ, ਫਿਰ ਤੁਸੀਂ ਉਸ ਆਨੰਦ ਅਤੇ ਮਹਿਮਾ ਦੀ ਤੁਲਨਾ ਵਿੱਚ ਜੋ 99 ਧਰਮੀ ਜਨ ਪਰਮੇਸ਼ਵਰ ਨੂੰ ਦੇ ਸਕਦੇ ਹਨ, ਪਰਮੇਸ਼ਵਰ ਨੂੰ ਜ਼ਿਆਦਾ ਆਨੰਦ ਤੇ ਵਡਿਆਈ ਦੇ ਸਕਦੇ ਹੋ। ਅਜਿਹਾ ਇਸ ਲਈ ਕਿਉਂਕਿ ਇਹ ਉਹ ਵਚਨ ਹਨ ਜੋ ਪਰਮੇਸ਼ਵਰ ਆਪ ਸਾਨੂੰ ਦਿੰਦੇ ਹਨ। ਪਰਮੇਸ਼ਵਰ ਨੇ ਸਾਨੂੰ ਆਪਣੇ ਵੱਲੋਂ ਇਹ ਖਬਰ ਸਾਰਿਆਂ ਤੱਕ ਪਹੁੰਚਾਉਣ ਦਾ ਅਧਿਕਾਰ ਦਿੱਤਾ ਹੈ। ਆਓ ਹਿਜਕੀਏਲ ਦੀ ਕਿਤਾਬ ਅਧਿਆਇ 3 ਵਚਨ 16 ਵਿੱਚ ਲਿਖੀ ਪਰਮੇਸ਼ਵਰ ਦੀ ਸਿੱਖਿਆ ਉੱਤੇ ਇੱਕ ਨਜ਼ਰ ਪਾਈਏ। 7 ਦਿਨਾਂ ਮਗਰੋਂ ਇਉਂ ਹੋਇਆ ਕਿ ਯਹੋਵਾ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ ਕਿ ਹੇ ਆਦਮੀ ਦੇ ਪੁੱਤਰ, ਮੈਂ ਤੈਨੂੰ ਇਜ਼ਰਾਈਲ ਦੇ ਘਰਾਣੇ ਲਈ ਰਾਖਾ ਬਣਾਇਆ ਹੈ। ਸੋ ਤੂੰ ਮੇਰੇ ਮੂੰਹ ਦੇ ਬਚਨ ਸੁਣ ਅਤੇ ਮੇਰੀ ਵੱਲੋਂ ਉਹਨਾਂ ਨੂੰ ਕੀ ਦੇ? ਚੇਤਾਵਨੀ ਦੇ। ਕਿ ਉਹਨਾਂ ਨੂੰ ਚੇਤਾਉਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਉਹਨਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ। ਇਹ ਚੇਤਾਵਨੀ ਕਿਸ ਵੱਲੋਂ ਹੈ? ਪਰਮੇਸ਼ਵਰ ਨੇ ਕਿਹਾ, ਮੇਰੇ ਮੂੰਹ ਦੇ ਬਚਨ ਸੁਣ ਅਤੇ ਮੇਰੀ ਵੱਲੋਂ ਉਹਨਾਂ ਨੂੰ ਚੇਤਾਵਨੀ ਦੇ। ਇਸ ਦਾ ਮਤਲਬ ਹੈ ਮੇਰੇ ਵੱਲੋਂ ਮੇਰੇ ਅਧਿਕਾਰ ਦੀ ਵਰਤੋਂ ਕਰੋ। ਆਓ ਆਇਤ 18 ਨਾਲ ਜਾਰੀ ਰੱਖੀਏ। ਜਦੋਂ ਮੈਂ ਦੁਸ਼ਟ ਨੂੰ ਆਖਾਂ ਤੂੰ ਨਿਸ਼ਚੈ ਮਰੇਗਾ ਅਤੇ ਤੂੰ ਉਸ ਨੂੰ ਚੇਤਾਵਨੀ ਨਾ ਦੇਵੇ ਅਤੇ ਦੁਸ਼ਟ ਨੂੰ ਉਹਦੇ ਕੁਚਲਣ ਤੋਂ ਖਬਰਦਾਰ ਨਾ ਕਰੇ ਭਈ ਉਹ ਜੀਵੇ, ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ, ਪਰ ਮੈਂ ਉਹਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ। ਪਰ ਜੇ ਤੂੰ ਦੁਸ਼ਟ ਨੂੰ ਚੇਤਾਵਨੀ ਦੇਵੇ ਅਤੇ ਉਹ ਆਪਣੇ ਕੁਚਲਣ ਅਤੇ ਦੁਸ਼ਟਪੁਣੇ ਤੋਂ ਨਾ ਮੁੜਿਆ ਤਾਂ ਉਹ ਆਪਣੇ ਔਗਣ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਨੂੰ ਛੁਡਾ ਲਵੇਂਗਾ। ਅਤੇ ਜੇਕਰ ਕੋਈ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਮੈਂ ਉਹਦੇ ਮੂਹਰੇ ਠੋਕਰ ਲਾਣ ਵਾਲਾ ਪੱਥਰ ਰੱਖਾਂ ਤਾਂ ਉਹ ਮਰ ਜਾਵੇਗਾ। ਇਸ ਲਈ ਕਿ ਤੂੰ ਉਹਨੂੰ ਚੇਤਾਵਨੀ ਨਹੀਂ ਦਿੱਤੀ ਤਾਂ ਉਹ ਆਪਣੇ ਪਾਪ ਵਿੱਚ ਮਰੇਗਾ ਅਤੇ ਉਹਦੇ ਧਰਮ ਦੇ ਕੰਮ ਜਿਹੜੇ ਉਹਨੇ ਕੀਤੇ ਚੇਤੇ ਨਾ ਕੀਤੇ ਜਾਣਗੇ, ਪਰ ਮੈਂ ਉਹਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ। ਕਿਉਂਕਿ ਪਰਮੇਸ਼ਵਰ ਨੇ ਸਾਨੂੰ ਖੁਸ਼ਖਬਰੀ ਮਤਲਬ ਪਰਮੇਸ਼ਵਰ ਦੇ ਵਚਨਾਂ ਦਾ ਪ੍ਰਚਾਰ ਕਰਨ ਲਈ ਸੱਚਾਈ ਦਾ ਚੌਕੀਦਾਰ ਨਿਯੁਕਤ ਕੀਤਾ ਹੈ। ਇਸ ਲਈ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਫਿਰ ਅਸੀਂ ਸਿਰਫ ਬਾਈਬਲ ਵਿੱਚ ਲਿਖੇ ਵਚਨਾਂ ਨੂੰ ਸਾਂਝਾ ਨਹੀਂ ਕਰਦੇ, ਬਲਕਿ ਪਰਮੇਸ਼ਵਰ ਦੀ ਜਗ੍ਹਾ ਤੇ ਪਰਮੇਸ਼ਵਰ ਦੇ ਵਚਨਾਂ ਨੂੰ ਬੋਲਦੇ ਹਾਂ। ਮਨੁੱਖ ਜਾਤੀ ਦੀ ਮੁਕਤੀ ਦੇ ਰਾਹ ਉੱਤੇ ਅਗਵਾਈ ਕਰਨ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਪਿਆਰ ਕਰਦੇ ਹਨ, ਉਹਨਾਂ ਨੇ ਸਾਨੂੰ ਸਾਡੇ ਬੁੱਲਾਂ ਦੁਆਰਾ ਆਸ਼ੀਸ਼ਿਤ ਖੁਸ਼ਖਬਰੀ ਪਹੁੰਚਾਉਣ ਲਈ ਕਿਹਾ ਹੈ, ਤਾਂ ਜੋ ਇਸ ਪਾਪ ਨਾਲ ਭਰੇ ਸੰਸਾਰ ਵਿੱਚ ਰਹਿਣ ਵਾਲੇ ਲੋਕ ਬਚਾਏ ਜਾ ਸਕਣ ਅਤੇ ਸਾਡੇ ਸਵਰਗੀ ਘਰ ਮੁੜ ਸਕਣ। ਕਿ ਇਹੀ ਪ੍ਰਚਾਰ ਦਾ ਸਹੀ ਅਰਥ ਨਹੀਂ? ਫਿਰ ਪ੍ਰਚਾਰ ਦੇ ਸਮੇਂ ਸਾਨੂੰ ਕਿਹੜਾ ਅਧਿਕਾਰ ਦਿੱਤਾ ਜਾਂਦਾ ਹੈ? ਪ੍ਰਚਾਰ ਦੇ ਸਮੇਂ ਸਾਨੂੰ ਪਰਮੇਸ਼ਵਰ ਦਾ ਅਧਿਕਾਰ ਦਿੱਤਾ ਜਾਂਦਾ ਹੈ। ਇਸ ਲਈ ਇਹ ਖੁਸ਼ਖਬਰੀ ਦਾ ਕੰਮ ਹਰ ਕਿਸੇ ਨੂੰ ਸੌਂਪਿਆ ਨਹੀਂ ਗਿਆ ਹੈ। ਕਿ ਬਾਈਬਲ ਇਹ ਨਹੀਂ ਕਹਿੰਦੀ ਕਿ ਪਰਮੇਸ਼ਵਰ ਨੇ ਇਹ ਕੰਮ ਸਿਰਫ ਉਹਨਾਂ ਨੂੰ ਸੌਂਪਿਆ ਹੈ ਜਿਨ੍ਹਾਂ ਨੂੰ ਉਹਨਾਂ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਆਓ ਅਸੀਂ ਹਿਜਕੀਏਲ ਅਧਿਆਇ 33 ਵਚਨ 7 ਉੱਤੇ ਜਾਈਏ। ਸੋ ਤੂੰ ਹੈ ਆਦਮੀ ਦੇ ਪੁੱਤਰ, ਮੈਂ ਤੈਨੂੰ ਇਜ਼ਰਾਈਲ ਦੇ ਘਰਾਣੇ ਲਈ ਰਾਖਾ ਠਹਿਰਾਇਆ ਹੈ। ਮੇਰੇ ਮੂੰਹ ਦਾ ਵਾਕ ਸੁਣ ਅਤੇ ਕਿਸ ਦੇ ਵੱਲੋਂ ਉਹਨਾਂ ਨੂੰ ਖਬਰਦਾਰ ਕਰ? ਮੇਰੀ ਵੱਲੋਂ ਉਹਨਾਂ ਨੂੰ ਖਬਰਦਾਰ ਕਰ। ਪ੍ਰਚਾਰ ਪਰਮੇਸ਼ਵਰ ਵੱਲੋਂ ਲੋਕਾਂ ਨੂੰ ਖਬਰਦਾਰ ਕਰਨ ਦਾ ਕੰਮ ਹੈ। ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਫਿਰ ਅਸੀਂ ਪਰਮੇਸ਼ਵਰ ਦੁਆਰਾ ਦਿੱਤੇ ਗਏ ਅਧਿਕਾਰ ਨਾਲ ਪ੍ਰਚਾਰ ਕਰਦੇ ਹਾਂ। ਸਾਨੂੰ ਇਹ ਮਨ ਵਿੱਚ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਖੁਦ ਦੇ ਗਿਆਨ ਅਤੇ ਆਪਣੀ ਸ਼ਕਤੀ ਨਾਲ ਪ੍ਰਚਾਰ ਤਾਂ ਨਹੀਂ ਕਰਦੇ। ਮੇਰੇ ਮੂੰਹ ਦੇ ਵਾਕ ਸੁਣ ਅਤੇ ਮੇਰੀ ਵੱਲੋਂ ਉਹਨਾਂ ਨੂੰ ਖਬਰਦਾਰ ਕਰ। ਜਦੋਂ ਮੈਂ ਕਿਸੇ ਦੁਸ਼ਟ ਨੂੰ ਆਖਾਂ ਤੂੰ ਨਿਸ਼ਚੈ ਮਰੇਗਾ, ਉਸ ਵੇਲੇ ਜੇਕਰ ਤੂੰ ਦੁਸ਼ਟ ਨੂੰ ਨਾ ਬੋਲੇ ਅਤੇ ਉਹਨੂੰ ਉਹਦੇ ਰਾਹ ਤੋਂ ਖਬਰਦਾਰ ਨਾ ਕਰੇ ਤਾਂ ਉਹ ਦੁਸ਼ਟ ਤਾਂ ਆਪਣੇ ਔਗਣ ਵਿੱਚ ਮਰੇਗਾ, ਪਰ ਮੈਂ ਤੇਰੇ ਹੱਥੋਂ ਉਸ ਦੇ ਖੂਨ ਦੀ ਪੁੱਛ ਕਰਾਂਗਾ। ਪਰ ਜੇ ਤੂੰ ਉਸ ਦੁਸ਼ਟ ਨੂੰ ਖਬਰਦਾਰ ਕਰੇ ਕਿ ਉਹ ਆਪਣੀ ਰਾਹ ਤੋਂ ਮੁੜ ਆਵੇ ਅਤੇ ਜੇ ਉਹ ਆਪਣੀ ਰਾਹ ਤੋਂ ਨਾ ਮੁੜੇ ਤਾਂ ਉਹ ਆਪਣੀ ਬਦੀ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਛੁਡਾ ਲਈ। ਪਰਮੇਸ਼ਵਰ ਅਸਲ ਵਿੱਚ ਸਾਨੂੰ
ਬਹੁਤ ਮਹੱਤਵਪੂਰਨ ਅਤੇ ਅਰਥਪੂਰਨ ਮਿਸ਼ਨ ਸੌਂਪਦੇ ਹਨ। ਇਹ ਕੁਝ ਅਜਿਹਾ ਨਹੀਂ ਹੈ ਜੋ ਕੋਈ ਵੀ ਕਰ ਸਕਦਾ ਹੈ। ਪਰਮੇਸ਼ਵਰ ਕਹਿੰਦੇ ਹਨ, ਮੈਂ ਤੁਹਾਨੂੰ ਇਸ ਕੰਮ ਨੂੰ ਕਰਨ ਲਈ ਮੇਰਾ ਅਧਿਕਾਰ ਦਿੱਤਾ ਹੈ। ਇਸ ਲਈ ਪਰਮੇਸ਼ਵਰ ਸਾਨੂੰ ਇਹ ਮਹਿਸੂਸ ਕਰਨ ਦਾ ਹੁਕਮ ਦਿੰਦੇ ਹਨ ਕਿ ਉਹ ਸਵਰਗ ਵਿੱਚ 99 ਧਰਮੀਆਂ ਦੇ ਤੌਬਾ ਦੀ ਤੁਲਨਾ ਵਿੱਚ ਉਹਨਾਂ ਸਾਰੀਆਂ ਆਤਮਾਵਾਂ ਤੋਂ ਜ਼ਿਆਦਾ ਖੁਸ਼ ਹੋਣਗੇ ਜੋ ਤੌਬਾ ਕਰਦੀਆਂ ਹਨ ਅਤੇ ਆਪਣੇ ਰਾਹਾਂ ਤੋਂ ਮੁੜਦੀਆਂ ਹਨ। ਜਦੋਂ ਅਸੀਂ ਹਿਜਕੀਏਲ ਅਧਿਆਇ 3, ਹਿਜਕੀਏਲ ਅਧਿਆਇ 33 ਅਤੇ ਮਰਕੁਸ ਅਧਿਆਇ 1 ਵਿੱਚ ਲਿਖੀਆਂ ਗਈਆਂ ਸਾਰੀਆਂ ਸਿੱਖਿਆਵਾਂ ਨੂੰ, ਜਿਨ੍ਹਾਂ ਨੂੰ ਅਸੀਂ ਅੱਜ ਪੜ੍ਹਿਆ, ਸੰਖੇਪ ਕਰਦੇ ਹਾਂ, ਫਿਰ ਅਸੀਂ ਸਮਝ ਸਕਦੇ ਹਾਂ ਕਿ ਉਹ ਕੀ ਹੈ ਜਿਸ ਨਾਲ ਪਰਮੇਸ਼ਵਰ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹਨ। ਅਤੇ ਜਦੋਂ ਅਸੀਂ ਆਪਣੇ ਸਵਰਗੀ ਘਰ ਵਾਪਸ ਜਾਵਾਂਗੇ, ਫਿਰ ਅਸੀਂ ਪਰਮੇਸ਼ਵਰ ਨੂੰ ਕੀ ਦੇ ਸਕਦੇ ਹਾਂ। ਅਸਲ ਵਿੱਚ ਇਸ ਧਰਤੀ ਦੀ ਤੁਲਨਾ ਵਿੱਚ ਬ੍ਰਹਿਮੰਡ ਵਿੱਚ ਬਹੁਤ ਕੀਮਤੀ ਚੀਜ਼ਾਂ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਅਸੀਂ ਪਰਮੇਸ਼ਵਰ ਨੂੰ ਪੂਰੀ ਧਰਤੀ ਅਤੇ ਉਸ ਵਿੱਚ ਜੋ ਹੈ ਉਹ ਸਭ ਦਈਏ ਤਾਂ ਉਹ ਖੁਸ਼ ਹੋਣਗੇ? ਇਹ ਉਹ ਨਹੀਂ ਹੈ ਜਿਸ ਦੀ ਪਰਮੇਸ਼ਵਰ ਨੂੰ ਲੋੜ ਹੈ ਜਾਂ ਜੋ ਉਹ ਚਾਹੁੰਦੇ ਹਨ। ਪਰਮੇਸ਼ਵਰ ਕਹਿੰਦੇ ਹਨ ਕਿ ਉਹ ਇੱਕ ਤੌਬਾ ਕਰਨ ਵਾਲੇ ਤੋਂ ਖੁਸ਼ ਹੁੰਦੇ ਹਨ। ਅਤੇ ਜਦੋਂ ਅਸੀਂ ਉਸ ਖੁਸ਼ਖਬਰੀ ਦੇ ਕੰਮ ਵਿੱਚ ਹਿੱਸਾ ਲੈਣ ਦੁਆਰਾ, ਜਿਸ ਨੂੰ ਉਹ ਕਰ ਰਹੇ ਹਨ, ਨਿਮਰਤਾ ਨਾਲ ਉਹਨਾਂ ਨਾਲ ਚੱਲਦੇ ਹਾਂ, ਉਦੋਂ ਵੀ ਪਰਮੇਸ਼ਵਰ ਖੁਸ਼ ਹੁੰਦੇ ਹਨ। ਕਿਉਂਕਿ ਬਾਈਬਲ ਕਹਿੰਦੀ ਹੈ, ਪ੍ਰਚਾਰ ਪ੍ਰਚਾਰ ਪ੍ਰਚਾਰ। ਫਿਰ ਅਸੀਂ ਸੋਚ ਸਕਦੇ ਹਾਂ ਕਿ ਪ੍ਰਚਾਰ ਕਰਨਾ ਸਿਰਫ ਬਾਈਬਲ ਦੇ ਗਿਆਨ ਨੂੰ ਦੂਸਰਿਆਂ ਤੱਕ ਪਹੁੰਚਾਉਣਾ ਹੈ, ਪਰ ਇਹ ਸੱਚ ਨਹੀਂ ਹੈ। ਪ੍ਰਚਾਰ ਕਰਨ ਦਾ ਵੇਲਾ ਉਹ ਸਮਾਂ ਹੈ ਜਦੋਂ ਪਰਮੇਸ਼ਵਰ ਸਾਨੂੰ ਆਪਣੀ ਜਗ੍ਹਾ ਉੱਤੇ ਖੁਸ਼ਖਬਰੀ ਦੇ ਕੰਮ ਨੂੰ ਪੂਰਾ ਕਰਨ ਦਾ ਅਧਿਕਾਰ ਦਿੰਦੇ ਹਨ ਅਤੇ ਮਨੁੱਖ ਜਾਤੀ ਨੂੰ ਬਚਾਉਣ ਲਈ ਸਾਨੂੰ ਇੱਕ ਮਹੱਤਵਪੂਰਨ ਜਗ੍ਹਾ ਉੱਤੇ ਰੱਖਦੇ ਹਨ। ਪ੍ਰਚਾਰ ਦਾ ਸਹੀ ਮਤਲਬ ਸਮਝਦੇ ਹੋਏ, ਇਸ ਗੱਲ ਨੂੰ ਹਲਕੇ ਵਿੱਚ ਨਾ ਲੈਂਦੇ ਹੋਏ ਕਿ ਪਰਮੇਸ਼ਵਰ ਨੇ ਸਾਨੂੰ ਇਸ ਮਾਣ ਦੀ ਥਾਂ ਤੇ ਰੱਖਿਆ ਹੈ ਅਤੇ ਸਾਨੂੰ ਇਸ ਪ੍ਰਕਾਰ ਦਾ ਅਧਿਕਾਰ ਸੌਂਪਿਆ ਹੈ, ਆਓ ਅਸੀਂ ਖੁਸ਼ਖਬਰੀ ਦਾ ਉਤਸ਼ਾਹ ਨਾਲ ਪ੍ਰਚਾਰ ਕਰੀਏ। ਕਿਹੜਾ ਚਰਚ ਸਬਤ ਦੇ ਦਿਨ ਨੂੰ ਮਨਾਉਣ ਦਾ ਹੁਕਮ ਅਤੇ ਪਸਾਹ ਦੇ ਪਰਬ ਨੂੰ ਮਨਾਉਣ ਦੇ ਹੁਕਮ ਦਾ ਪਾਲਨ ਕਰਦਾ ਹੈ? ਕਿਹੜਾ ਚਰਚ ਯੀਸ਼ੂ ਦੇ ਨਵੇਂ ਨਾਮ ਉੱਤੇ ਵਿਸ਼ਵਾਸ ਕਰਨ ਦੇ ਹੁਕਮ ਅਤੇ ਲੋਕਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦੇਣ ਦੇ ਹੁਕਮ ਦਾ ਵੀ ਪਾਲਨ ਕਰਦਾ ਹੈ? ਇਹ ਸਾਰੇ ਹੁਕਮ ਕਿਸੇ ਹੋਰ ਸੰਗਠਨ ਨੂੰ ਨਹੀਂ ਸੌਂਪੇ ਗਏ ਹਨ। ਮਿਸ਼ਨ ਨੂੰ ਪੂਰਾ ਕਰਨ ਦੀ ਇਹ ਭੂਮਿਕਾ ਸਿਰਫ ਸਵਰਗੀ ਸ਼ਾਹੀ ਜਾਜਕਾਂ ਨੂੰ ਦਿੱਤੀ ਗਈ ਹੈ। ਪਰਮੇਸ਼ਵਰ ਕਹਿੰਦੇ ਹਨ, ਮੇਰੇ ਵੱਲੋਂ ਉਹਨਾਂ ਨੂੰ ਚੇਤਾਵਨੀ ਦੇ। ਜਿਵੇਂ ਕਿ ਤੁਸੀਂ ਜਾਣਦੇ ਹੋ, ਲੰਬੇ ਸਮੇਂ ਪਹਿਲਾਂ ਕੋਰੀਆ ਵਿੱਚ ਗੁਪਤ ਸ਼ਾਹੀ ਨਿਰੀਖਕ ਹੁੰਦਾ ਸੀ। ਮਾਪੇ ਇੱਕ ਗੁਪਤ ਸ਼ਾਹੀ ਨਿਰੀਖਕ ਦੁਆਰਾ ਵਰਤੋਂ ਕੀਤਾ ਜਾਣ ਵਾਲਾ ਇੱਕ ਟੋਕਨ ਸੀ ਜੋ ਇਹ ਦਰਸਾਉਂਦਾ ਸੀ ਕਿ ਉਹ ਰਾਜੇ ਵੱਲੋਂ ਸ਼ਾਹੀ ਹੁਕਮਾਂ ਨੂੰ ਪੂਰਾ ਕਰਨ ਲਈ ਭੇਜਿਆ ਗਿਆ ਇੱਕ ਗੁਪਤ ਅਧਿਕਾਰੀ ਹੈ। ਇਸ ਲਈ ਮਾਪੇ ਨਾਲ ਨਿਰੀਖਕ ਕੋਲ ਜਿੰਨੇ ਘੋੜੇ ਬੈਜ ਉੱਤੇ ਦਿਖਾਈ ਦਿੰਦੇ ਹਨ, ਉਹਨੇ ਘੋੜੇ ਭਾੜੇ ਤੇ ਲੈਣ ਦਾ, ਭ੍ਰਿਸ਼ਟ ਅਧਿਕਾਰੀਆਂ ਨੂੰ ਤੁਰੰਤ ਉਹਨਾਂ ਦੇ ਅਹੁਦੇ ਤੋਂ ਹਟਾਉਣ ਦਾ ਅਤੇ ਉਹਨਾਂ ਨੂੰ ਸਜ਼ਾ ਦੇਣ ਦਾ ਵੀ ਅਧਿਕਾਰ ਸੀ। ਅਧਿਕਾਰੀਆਂ ਨੂੰ ਇਨਾਮ ਜਾਂ ਸਜ਼ਾ ਦੇਣ ਦਾ ਅਧਿਕਾਰ ਗੁਪਤ ਸ਼ਾਹੀ ਨਿਰੀਖਕਾਂ ਨੂੰ ਦਿੱਤਾ ਗਿਆ ਸੀ। ਅਜਿਹਾ ਇਸ ਲਈ ਸੀ ਕਿਉਂਕਿ ਗੁਪਤ ਸ਼ਾਹੀ ਨਿਰੀਖਕਾਂ ਨੂੰ ਅਸਥਾਈ ਤੌਰ ਤੇ ਨਿਆਂ ਕਰਨ ਲਈ ਰਾਜਾ ਦਾ ਅਧਿਕਾਰ ਦਿੱਤਾ ਜਾਂਦਾ ਸੀ। ਅੱਜ ਪਰਮੇਸ਼ਵਰ ਨੇ ਸਾਨੂੰ ਆਪਣਾ ਅਧਿਕਾਰ ਸੌਂਪਿਆ ਹੈ। ਪਰਮੇਸ਼ਵਰ ਨੇ ਕਿਹਾ ਕਿ ਲੋਕਾਂ ਨੂੰ ਮੇਰੇ ਵੱਲੋਂ ਚੇਤਾਵਨੀ ਦਿਓ। ਸਾਨੂੰ ਪਰਮੇਸ਼ਵਰ ਦੇ ਸਾਰੇ ਵਚਨਾਂ ਦਾ ਪ੍ਰਚਾਰ ਕਰਨ ਦੇ ਅਧਿਕਾਰ ਨੂੰ ਜੋ ਸਾਨੂੰ ਸੌਂਪਿਆ ਗਿਆ ਹੈ ਕਦੇ ਵੀ ਸਧਾਰਨ ਜਾਂ ਮਾਮੂਲੀ ਨਹੀਂ ਮੰਨਣਾ ਚਾਹੀਦਾ। ਆਓ ਅਸੀਂ ਇਸ ਗੱਲ ਨੂੰ ਆਪਣੇ ਦਿਲਾਂ ਦੀਆਂ ਡੂੰਘਾਈਆਂ ਵਿੱਚ ਅੰਕਿਤ ਕਰੀਏ ਕਿ ਸਿਰਫ ਪਰਮੇਸ਼ਵਰ ਦਾ ਵਚਨ ਹੀ ਮਨੁੱਖ ਜਾਤੀ ਨੂੰ ਬਚਾਉਣ ਵਾਲਾ ਰਾਹ, ਮਨੁੱਖ ਜਾਤੀ ਨੂੰ ਬਚਾਉਣ ਵਾਲੀ ਸੱਚਾਈ ਅਤੇ ਮਨੁੱਖ ਜਾਤੀ ਨੂੰ ਬਚਾਉਣ ਵਾਲਾ ਜੀਵਨ ਹੈ। ਇੱਕ ਵਾਰ ਫਿਰ ਮੈਨੂੰ ਆਸ ਹੈ ਕਿ ਅਸੀਂ ਉਹ ਬਣ ਸਕਦੇ ਹਾਂ ਜੋ ਅਜਿਹਾ ਵਿਚਾਰ ਕਰਦੇ ਹਨ। ਉਹ ਕੀ ਹੈ ਜੋ ਅਸੀਂ ਪਰਮੇਸ਼ਵਰ ਨੂੰ ਭੇਂਟ ਚੜਾ ਸਕਦੇ ਹਾਂ ਜੋ ਉਹਨਾਂ ਨੂੰ ਸਭ ਤੋਂ ਜ਼ਿਆਦਾ ਖੁਸ਼ ਕਰੇ? ਸਰੀਰਕ ਮਾਤਾ ਪਿਤਾ ਦੇ 70ਵੇਂ ਜਨਮ ਦਿਨ ਲਈ ਵੀ ਸੰਤਾਨਾਂ ਵਿਚਾਰ ਕਰਦੀਆਂ ਹਨ ਕਿ ਉਹ ਆਪਣੇ ਮਾਤਾ ਪਿਤਾ ਨੂੰ ਖੁਸ਼ ਕਰਨ ਲਈ ਕੀ ਖਰੀਦ ਸਕਦੇ ਹਨ। ਫਿਰ ਉਹ ਜੜੀ ਬੂਟੀਆਂ ਵਰਗੇ ਤੋਹਫੇ ਤਿਆਰ ਕਰਦੇ ਹਨ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਦੀ ਉਮਰ ਵੱਧ ਰਹੀ ਹੈ ਅਤੇ ਉਹਨਾਂ ਨੂੰ ਬਿਮਾਰੀਆਂ ਤੋਂ ਪ੍ਰਭਾਵਿਤ ਹੋਣ ਦਾ ਜ਼ਿਆਦਾ ਖਤਰਾ ਹੈ। ਜਾਂ ਹੋਰ ਤੋਹਫੇ ਜਿਵੇਂ ਕਿ ਪਿੱਠ ਖੁਰਕਣਾ ਆਸਾਨ ਬਣਾਉਣ ਲਈ ਬੈਕ ਸਕ੍ਰੈਚਰ ਜਾਂ ਇੱਕ ਇਲੈਕਟ੍ਰਿਕ ਮਸਾਜਰ ਜੋ ਜ਼ਿਆਦਾ ਤਕਨੀਕੀ ਰੂਪ ਨਾਲ ਵਿਕਸਿਤ ਉਤਪਾਦ ਹੈ। ਮੈਂ ਅਕਸਰ ਲੋਕਾਂ ਨੂੰ ਆਪਣੇ ਮਾਤਾ ਪਿਤਾ ਨੂੰ ਖੁਸ਼ ਕਰਨ ਲਈ ਇਹਨਾਂ ਚੀਜ਼ਾਂ ਨੂੰ ਤਿਆਰ ਕਰਨ ਲਈ ਬਹੁਤ ਕੋਸ਼ਿਸ਼ ਕਰਦੇ ਹੋਏ ਦੇਖਿਆ ਹੈ। ਪਰ ਪਰਮੇਸ਼ਵਰ ਸਾਡੇ ਮਾਤਾ ਪਿਤਾ ਨੇ ਪਹਿਲਾਂ ਹੀ ਸਾਨੂੰ ਦੱਸਿਆ ਹੈ
ਕਿ ਉਹ ਕੀ ਹੈ ਜੋ ਉਹਨਾਂ ਨੂੰ ਸਭ ਤੋਂ ਜ਼ਿਆਦਾ ਖੁਸ਼ ਕਰ ਸਕਦਾ ਹੈ। ਪਰਮੇਸ਼ਵਰ ਨੇ ਕਿਹਾ, ਯਹੋਵਾ ਹਜ਼ਾਰਾਂ ਛਤਰਿਆਂ ਨਾਲ ਜਾਂ ਤੇਲ ਦੀਆਂ ਲੱਖਾਂ ਨਦੀਆਂ ਤੋਂ ਜ਼ਿਆਦਾ ਇੱਕ ਪਾਪੀ ਦੇ ਤੌਬਾ ਕਰਨ ਤੋਂ ਖੁਸ਼ ਹੁੰਦੇ ਹਨ। ਇਸ ਲਈ ਪਰਮੇਸ਼ਵਰ ਸਾਨੂੰ ਪਾਪੀ ਦੀ ਤੌਬਾ ਵੱਲ ਅਗਵਾਈ ਕਰਨ ਲਈ ਅਸਥਾਈ ਰੂਪ ਨਾਲ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਕਹਿੰਦੇ ਹਨ। ਪਰਮੇਸ਼ਵਰ ਨੇ ਸਾਡੇ ਵਿੱਚੋਂ ਹਰੇਕ ਨੂੰ ਇੱਕ ਆਤਮਿਕ ਮਾਪੇ ਦਿੱਤਾ ਹੈ ਅਤੇ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਭੇਜਿਆ ਹੈ। ਪ੍ਰਚਾਰ ਕਰਦੇ ਸਮੇਂ ਜੋ ਅਧਿਕਾਰ ਤੁਸੀਂ ਆਪਣੇ ਨਾਲ ਰੱਖਦੇ ਹੋ ਉਹ ਬਹੁਤ ਸ਼ਕਤੀਸ਼ਾਲੀ ਅਤੇ ਮਾਣਯੋਗ ਅਧਿਕਾਰ ਹੈ। ਅਸੀਂ ਲੋਕਾਂ ਕੋਲ ਭੀਖ ਮੰਗਣ ਜਾਂ ਦਾਨ ਮੰਗਣ ਨਹੀਂ ਜਾਂਦੇ ਕਿ ਅਸੀਂ ਆਤਮਿਕ ਮਾਪੇ ਨਾਲ ਉਹਨਾਂ ਕੋਲ ਉਹਨਾਂ ਨੂੰ ਬਚਾਉਣ ਲਈ ਨਹੀਂ ਜਾਂਦੇ। ਪਰਮੇਸ਼ਵਰ ਨੇ ਸਾਨੂੰ ਲੋਕਾਂ ਨੂੰ ਬਚਾਉਣ ਦੀ ਇੱਕ ਮਹੱਤਵਪੂਰਨ ਭੂਮਿਕਾ ਸੌਂਪੀ ਹੈ, ਜਿਨ੍ਹਾਂ ਕੋਲ ਜੇਕਰ ਉਹ ਇਕੱਲੇ ਛੱਡ ਦਿੱਤੇ ਜਾਣ ਤਾਂ ਮਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਆਓ ਦੂਸਰਾ ਤਿਮੋਥਿਉਸ ਅਧਿਆਇ 4 ਵਚਨ 1 ਵਿੱਚ ਪਰਮੇਸ਼ਵਰ ਦੀ ਸਿੱਖਿਆ ਦੇਖੀਏ। ਮੈਂ ਪਰਮੇਸ਼ਵਰ ਅਤੇ ਮਸੀਹ ਯੇਸ਼ੂ ਨੂੰ ਜਿਹੜਾ ਜਿਉਂਦਿਆਂ ਅਤੇ ਮੋਇਆਂ ਦਾ ਨਿਆਂ ਕਰੇਗਾ ਗਵਾਹ ਕਰਕੇ ਉਹਦੇ ਪ੍ਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੁਹਾਨੂੰ ਤਾਕੀਦ ਕਰਦਾ ਹਾਂ। ਭਾਈ ਤੂੰ ਕੀ ਕਰ? ਭਾਈ ਤੂੰ ਵਚਨ ਦਾ ਪ੍ਰਚਾਰ ਕਰ। ਜਦੋਂ ਪਰਮੇਸ਼ਵਰ ਸਾਨੂੰ ਪ੍ਰਚਾਰ ਕਰਨ ਲਈ ਕਹਿੰਦੇ ਹਨ, ਫਿਰ ਉਹ ਅਜਿਹਾ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਸਾਡੇ ਉੱਤੇ ਬੋਝ ਪਾਉਣਾ ਚਾਹੁੰਦੇ ਹਨ। ਇਸ ਦੇ ਬਜਾਏ ਉਹ ਚਾਹੁੰਦੇ ਹਨ ਕਿ ਪਰਮੇਸ਼ਵਰ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਦੇਣ ਦੇ ਹੁਕਮ ਨੂੰ ਪੂਰਾ ਕਰਦੇ ਹੋਏ ਅਸੀਂ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਦੀ ਪ੍ਰਕਿਰਿਆ ਵਿੱਚ ਨਿਮਰ ਬਣੀਏ ਅਤੇ ਜਦੋਂ ਅਸੀਂ ਫਲ ਪੈਦਾ ਕਰਦੇ ਹਾਂ ਤਾਂ ਇਹ ਮਹਿਸੂਸ ਕਰੀਏ ਕਿ ਸੱਚਾ ਆਨੰਦ ਕੀ ਹੁੰਦਾ ਹੈ ਅਤੇ ਇਹ ਸਮਝੀਏ ਕਿ ਕੁਝ ਵੀ ਆਸਾਨੀ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਪ੍ਰਚਾਰ ਦੁਆਰਾ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੀ ਤੋਬਾ ਅਤੇ ਮੁਕਤੀ ਵੱਲ ਅਗਵਾਈ ਕਰਨ ਲਈ ਸਾਰੀਆਂ ਪ੍ਰਕਿਰਿਆਵਾਂ ਜਿਨ੍ਹਾਂ ਤੋਂ ਸਵਰਗੀ ਪਿਤਾ ਅਤੇ ਮਾਤਾ ਜੀ ਨੂੰ ਲੰਘਣਾ ਪਿਆ ਉਹ ਬਿਲਕੁਲ ਵੀ ਆਸਾਨ ਨਹੀਂ ਸੀ। ਪ੍ਰਚਾਰ ਦੌਰਾਨ ਅਸੀਂ ਪਿਤਾ ਅਤੇ ਮਾਤਾ ਜੀ ਦੇ ਬਲੀਦਾਨ ਬਾਰੇ ਵੀ ਪ੍ਰਚਾਰ ਕਰ ਸਕਦੇ ਹਾਂ। ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਪਰਮੇਸ਼ਵਰ ਸਾਨੂੰ ਵੱਖ-ਵੱਖ ਪ੍ਰਕਾਰ ਦੀਆਂ ਸਥਿਤੀਆਂ ਵਿੱਚ ਰੱਖਦੇ ਹਨ ਤਾਂ ਜੋ ਸਾਡਾ ਵਿਸ਼ਵਾਸ ਛੋਟੇ ਬੱਚੇ ਵਾਂਗ ਨਾ ਰਹੇ ਪਰ ਇੱਕ ਪੱਕਾ ਵਿਸ਼ਵਾਸ ਹੋ ਸਕੇ। ਕੁਝ ਲੋਕ ਸੋਚਦੇ ਹਨ, ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹੋਏ ਵੀ ਮੇਰੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ? ਸਾਰੇ ਲੋਕੋ, ਜਿੱਥੇ ਕਿਰਪਾ ਜ਼ਿਆਦਾ ਹੁੰਦੀ ਹੈ ਉੱਥੇ ਮਿਹਨਤ ਵੀ ਜ਼ਿਆਦਾ ਹੁੰਦੀ ਹੈ। ਜੇਕਰ ਤੁਹਾਡੇ ਰਾਹ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਹਨ ਫਿਰ ਤੁਸੀਂ ਬਿਨਾਂ ਕਿਸੇ ਸ਼ੱਕ ਦੇ ਵਿਸ਼ਵਾਸ ਕਰ ਸਕਦੇ ਹੋ ਕਿ ਬਹੁਤਾਇਤ ਵਿੱਚ ਕਿਰਪਾ ਅਤੇ ਆਸ਼ੀਸ਼ਾਂ ਤੁਹਾਡੀ ਉਡੀਕ ਕਰ ਰਹੀਆਂ ਹਨ। ਆਇਤ 2, ਭਾਈ ਤੂੰ ਬਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹਿ, ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕਦੇ, ਤਾੜਨਾ ਅਤੇ ਤਾਕੀਦ ਕਰ। ਸਾਨੂੰ ਸਭ ਤਰ੍ਹਾਂ ਦੀ ਸਹਿਣਸ਼ੀਲਤਾ ਰੱਖਣ ਅਤੇ ਸਿੱਖਿਆ ਦੇਣ ਦੀ ਲੋੜ ਹੈ। ਕਦੇ-ਕਦੇ ਸਾਨੂੰ ਦੂਸਰਿਆਂ ਨੂੰ ਇਹ ਕਹਿੰਦੇ ਹੋਏ ਝਿੜਕਣਾ, ਡਾਂਟਣ ਅਤੇ ਸਮਝਾਉਣ ਦੀ ਲੋੜ ਹੁੰਦੀ ਹੈ। ਇਹ ਸਹੀ ਵਿਵਹਾਰ ਨਹੀਂ ਹੈ ਕਿ ਸਾਨੂੰ ਸਵਰਗ ਦੇ ਰਾਜ ਵਿੱਚ ਜਾਣ ਲਈ ਹਰ ਸੰਭਵ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਆਇਤ 3, ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਣ ਦੇ ਕਾਰਨ ਆਪਣੇ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਅਤੇ ਸੱਚਾਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫੇਰਨਗੇ। ਪਰ ਤੂੰ ਸਭਨੀ ਗੱਲੀ ਸੁਚੇਤ ਰਹੀ, ਦੁੱਖ ਝੱਲੀ। ਸਾਨੂੰ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਹੈ? ਪ੍ਰਚਾਰਕ ਦਾ ਕੰਮ ਕਰੀ, ਆਪਣੀ ਸੇਵਕਾਈ ਨੂੰ ਪੂਰਿਆ ਕਰੀ। ਸਾਡੀ ਸੇਵਾ ਕੀ ਹੈ? ਪਰਮੇਸ਼ਵਰ ਨੇ ਸਾਨੂੰ ਆਪਣੇ ਵੱਲੋਂ ਲੋਕਾਂ ਨੂੰ ਚੇਤਾਵਨੀ ਦੇਣ ਦਾ ਬਹੁਤ ਵਡਿਆਈ ਭਰਿਆ ਅਤੇ ਆਦਰਯੋਗ ਕੰਮ ਸੌਂਪਿਆ ਹੈ। ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਉਸ ਸਮੇਂ ਅਸੀਂ ਬਹੁਤ ਵਡਿਆਈ ਭਰਿਆ ਅਤੇ ਆਦਰਯੋਗ ਕਰਤੱਵ ਨਿਭਾਉਂਦੇ ਹਾਂ ਜਿਹੜਾ ਪਰਮੇਸ਼ਵਰ ਨੇ ਸਾਨੂੰ ਸੌਂਪਿਆ ਹੈ। ਆਓ ਅਸੀਂ ਆਇਤ 6 ਨਾਲ ਜਾਰੀ ਰੱਖੀਏ। ਕਿਉਂ ਜੋ ਹੁਣ ਮੈਂ ਆਪਣੇ ਲਹੂ ਦਾ ਅਰਗ ਦੇਣ ਨੂੰ ਹਾਂ ਅਤੇ ਮੇਰੇ ਕੂਚ ਦਾ ਨਗਾਰਾ ਵੱਜਣ ਲੱਗਾ ਹੈ। ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨੇਚਾ ਦੀ ਸਾਂਭ ਕੀਤੀ ਹੈ। ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਧਰਮੀ ਨਿਆਈ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਨ੍ਹਾਂ ਉਹਦੇ ਪ੍ਰਕਾਸ਼ ਹੋਣ ਨੂੰ ਪਿਆਰਾ ਜਾਣਿਆ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਸਾਨੂੰ ਆਸ਼ੀਸ਼ ਦੇਣਗੇ ਅਤੇ ਸਵਰਗ ਦੇ ਰਾਜ ਵਿੱਚ ਸਾਡੇ ਲਈ ਧਰਮ ਦੇ ਮੁਕਟ ਨਾਲ ਸਵਰਗੀ ਸ਼ਾਹੀ ਜਾਜਕ ਅਹੁਦੇ ਤਿਆਰ ਕਰਨਗੇ। ਆਓ ਆਇਤ 17 ਉੱਤੇ ਜਾਈਏ। ਪਰ ਪ੍ਰਭੂ ਮੇਰੇ ਅੰਗ ਸੰਗ ਖਲੋਤਾ ਅਤੇ ਮੈਨੂੰ ਤਕੜਿਆ ਕੀਤਾ, ਭਾਈ ਮੇਰੇ ਰਾਹੀਂ ਪ੍ਰਚਾਰ ਪੂਰਾ ਕੀਤਾ ਜਾਵੇ ਅਤੇ ਪਰਾਈਆਂ ਕੌਮਾਂ ਸਭੇ ਸੁਣਨ ਅਤੇ ਮੈਂ ਬੱਬਰ ਸ਼ਹਿਰ ਦੇ ਮੂੰਹੋਂ ਛੁਡਾਇਆ ਗਿਆ। ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਛੁਡਾਵੇਗਾ ਅਤੇ ਆਪਣੇ ਸੁਰਗੀ ਰਾਜ ਲਈ ਸੰਭਾਲ ਰੱਖੇਗਾ। ਉਹਦੀ ਵਡਿਆਈ ਜੁਗੋ ਜੁਗ ਹੋਵੇ। ਆਮੀਨ।
ਇਸ ਆਇਤ ਦੇ ਅੰਤ ਵਿੱਚ ਲਿਖਿਆ ਆਮੀਨ ਕਿ ਬਹੁਤ ਦਿਲ ਖਿੱਚਣ ਵਾਲਾ ਨਹੀਂ। ਰਸੂਲ ਪੌਲਸ ਦਾ ਜੀਵਨ ਪ੍ਰਚਾਰ ਦਾ ਜੀਵਨ ਸੀ। ਉਸਨੇ ਹਰੇਕ ਪਲ ਦਾ ਇਸਤੇਮਾਲ ਪਰਮੇਸ਼ਵਰ ਤੋਂ ਪ੍ਰਾਪਤ ਕਰਤੱਵ ਨੂੰ ਪੂਰਾ ਕਰਨ ਲਈ ਕੀਤਾ। ਅੰਤ ਵਿੱਚ ਜਦੋਂ ਧਰਤੀ ਦੇ ਬੰਨੇ ਤੀਕਰ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕੀਤਾ ਜਾਏਗਾ, ਫਿਰ ਪਿਤਾ ਅਤੇ ਮਾਤਾ ਜੀ ਕਹਿਣਗੇ, ਹੁਣ ਤੁਹਾਨੂੰ ਉਹਨਾਂ ਨੂੰ ਮੇਰੇ ਵੱਲੋਂ ਚੇਤਾਵਨੀ ਦੇਣ ਦੀ ਲੋੜ ਨਹੀਂ। ਹੁਣ ਅਸੀਂ ਸਾਰੇ ਦਰਵਾਜ਼ਿਆਂ ਨੂੰ ਬੰਦ ਕਰ ਦੇਵਾਂਗੇ ਅਤੇ ਸਵਰਗ ਦੇ ਰਾਜ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਾਏਗਾ। ਉਸ ਸਮੇਂ ਭਾਵੇਂ ਅਸੀਂ ਹਿਜਕੀਏਲ ਅਧਿਆਇ 3 ਅਤੇ ਅਧਿਆਇ 33 ਵਿੱਚ ਲਿਖੇ ਗਏ ਵਚਨਾਂ ਨੂੰ ਯਾਦ ਕਰੀਏ ਅਤੇ ਇਹ ਸੋਚਦੇ ਹੋਏ ਮਿਸ਼ਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ, ਜਦੋਂ ਪਿਤਾ ਅਤੇ ਮਾਤਾ ਜੀ ਨੇ ਮੈਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨ ਦਾ ਸਮਾਂ ਦਿੱਤਾ ਸੀ, ਉਦੋਂ ਮੈਂ ਕਿਉਂ ਇਸ ਨੂੰ ਨਹੀਂ ਕੀਤਾ? ਮੈਨੂੰ ਇਸ ਨੂੰ ਹੁਣ ਕਰਨ ਦਿਓ, ਪਰ ਉਦੋਂ ਬਹੁਤ ਦੇਰ ਹੋ ਜਾਏਗੀ। ਇਹ ਉਦੋਂ ਹੋਵੇਗਾ ਜਦੋਂ ਪਰਮੇਸ਼ਵਰ ਸਾਰੀਆਂ ਸਵਰਗੀ ਸੰਤਾਨਾਂ ਨੂੰ, ਜਿਨ੍ਹਾਂ ਨੂੰ ਲੱਭਿਆ ਜਾਣਾ ਚਾਹੀਦਾ ਹੈ, ਲੱਭ ਲੈਣਗੇ। ਇਸ ਲਈ ਪਰਮੇਸ਼ਵਰ ਨੇ ਕਿਹਾ, ਹਰ ਮਨੋਰਥ ਦਾ ਜੋ ਆਕਾਸ਼ ਦੇ ਹੇਠ ਹੈ ਇੱਕ ਵੇਲਾ ਹੈ। ਮੈਂ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਨੂੰ ਸਮਾਂ ਲੰਘਣ ਤੋਂ ਪਹਿਲਾਂ ਇੱਕ ਪਾਪੀ ਦੇ ਸੋਹਣੇ ਪਛਤਾਤਾਪ ਨੂੰ ਪਰਮੇਸ਼ਵਰ ਨੂੰ ਤੋਹਫਾ ਦੇਣ ਅਤੇ ਸਾਰੇ ਸਵਰਗੀ ਚੰਗੇ ਫਲਾਂ ਦੀ ਵਾਢੀ ਕਰਨ ਵਿੱਚ ਸਫਲ ਹੋਣ ਲਈ ਕਹਿਣਾ ਚਾਹੁੰਦਾ ਹਾਂ। ਇਸ ਨਾਲ ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।